केमिस्ट्री देखियो पहलो सरफेस केमिस्ट्री जिहड़ा आपां यूनिट करते पे ही सैकेंड टाइप की क्लासीफिकेशन कल आपां लायोफिलिक ते लायोफोबिक की ही अज आपां पढ़ांगे ऑन द बेसिस ऑफ particle size on the basis of particle size of dispersed phase क्लासीफिकेशन पहलों देख लो। फस्ट होंगे जे मल्टी मॉलिक्यूलर कोलाइड्स, मल्टी मॉलिक्यूलर कोलाइड्स कोलाइड का साइज कितना हुंदा, जिहड़े कोलाइड्स हुंदे इन्हां दा साइज कितना हुंदा 10 की पावर -7 तो लैके 10 की पावर -5 तक। घट तो घट इन्ना होगा, वध तो वध इन्ना होगा। मल्टी मॉलिक्यूलर का मतलब छोटे छोटे मॉलिक्यूल्स इदां जुड़ी जाने, छोटे छोटे मॉलिक्यूल जुड़ी जाएंगे, एक वड्डा सारा इस तरह का साइज बन गया जिहड़ा किहदे इन बिटवीन आ जाऊगा -5 तो लैके -7 तक। जिद्दां इकल्ले छोटे का साइज बहुत घट आ, निक्के निक्के किन्ने मॉलिक्यूल जुड़ के इन्ना क साइज बना देंगे भी वो किहड़ी कैटेगरी का आ जाता कोलाइड का। तां करके इत्थे वर्ड किहड़ा आया मल्टी। मल्टी मतलब किन्ने किन्ने मॉलिक्यूल जुड़नगे तो किहो जिहा साइज बन जूगा जिन्ना किहदा हुंदा कोलाइड का। इन्ना क्लीयर हो गया। ठीक है, आपां कह सकते हैं लार्ज नंबर ऑफ मॉलिक्यूल्स, लार्ज नंबर ऑफ मॉलिक्यूल्स एसोसिएटेड इकट्ठे होणगे, एसोसिएटेड टूगैदर टू मेक अ कोलाइडल साइज पार्टिकल। तो इन्हां नूं आपां कहीदा वा मल्टी मॉलिक्यूलर। पूरा क्लीयर हो गया। यदि एग्जाम्पल याद रख लियो, गोल्ड सोल, कोलाइडल सिस्टम सोल होगा, गोल्ड सोल। एग्जाम्पल याद रखनी। दूसरे आ गया मैक्रो मॉलिक्यूलर, मैक्रो मॉलिक्यूलर, मैक्रो मॉलिक्यूलर कोलाइड्स। इनू भी ध्यान ना देखियो। इत्थे एक मॉलिक्यूल है काफ़ी ज़्यादा वड्डा, जिद्दां आपां कह लीए 10 टू दी पावर -4 का होगा। ठीक है, कितना ज़्यादा वड्डा मॉलिक्यूल, पर वो तो 10 टू दी पावर 5 तो अगे जाना ना, इनू निक्का कर देना किसी तरीके ना, इहदी टुट भज होगी। ये किन्ने क साइज का रह जाना 10 टू दी पावर -5 तो 10 टू दी पावर -7 तो आ गया कोलाइडल दे विच। ठीक है, आपां इत्थे की कवांगे a large size molecule, a large size molecule converted ही लिख देने, converted into a colloidal size particle, colloidal size
ਪਾਰਟੀਕਲ ਕਿਸੇ ਵੀ ਮੀਨਸ ਨਾਲ ਕਿਸੇ ਵੀ ਤਰੀਕੇ ਨਾਲ ਇਹਨੂੰ ਕਨਵਰਟ ਕੀਤਾ ਪਰ ਇਹ ਵੱਡੇ ਤੋਂ ਛੋਟਾ ਬਣਿਆ, ਇਹ ਛੋਟੇ ਛੋਟੇ ਜੁੜ ਕੇ ਇੱਕ ਕੋਲਾਈਡਲ ਬਣਿਆ। ਠੀਕ ਹੈ, ਕੋਲਾਈਡਲ ਸਾਈਜ਼ ਪਾਰਟੀਕਲ। ਤੇ ਇਹ ਕਿਹੜੀ ਕੈਟੇਗਰੀ ਹੁੰਦੀ ਆ? ਮੈਕਰੋਮੋਲੀਕਿਊਲਰ। ਤੇ ਇਹਦੀ ਐਗਜ਼ਾਮਪਲ ਯਾਦ ਰੱਖ ਲਿਓ, ਰਬਰ ਵਗੈਰਾ, ਰਬਰ ਹੋ ਗਿਆ, ਪ੍ਰੋਟੀਨ ਹੋ ਗਿਆ। ਠੀਕ ਹੈ, ਇਹ ਹੁੰਦੇ ਜੇ ਮੈਕਰੋਮੋਲੀਕਿਊਲਰ ਦੇ। ਕਲਾਸੀਫਿਕੇਸ਼ਨ ਖਤਮ ਹੋਈ, ਦੇਖ ਲਿਓ ਆਪਾਂ ਕੋਲਾਈਡਸ ਪੜ੍ਹਦੇ ਪਏ। ਕੋਲਾਈਡਸ ਦੀ ਕੱਲ ਆਪਾਂ ਕਲਾਸੀਫਿਕੇਸ਼ਨ ਕੀਤੀ ਹੀ ਔਨ ਦਾ ਬੇਸਿਸ ਆਫ ਇੰਟਰੈਕਸ਼ਨ ਫੋਰਸ। ਇਹਦੇ ਵਿੱਚ ਆਪਾਂ ਕਿਹਾ ਹੀ ਕਿਹੜੇ ਕਿਹੜੇ ਹੁੰਦੇ ਆ? ਲਾਇਓਫਿਲਿਕ, ਲਾਇਓਫਿਲਿਕ ਐਂਡ ਲਾਇਓਫੋਬਿਕ, ਇਹ ਪੜ੍ਹ ਲਏ। ਤੇ ਅੱਜ ਆਪਾਂ ਔਨ ਦਾ ਬੇਸਿਸ ਆਫ ਸਾਈਜ਼ ਆਫ ਡਿਸਪਰਸਡ ਫੇਸ, ਇਹਦੇ ਵਿੱਚ ਆਪਾਂ ਦੋ ਪੜ੍ਹ ਲਏ ਆ, ਕਿਹੜੇ ਕਿਹੜੇ? ਇੱਕ ਮਲਟੀ ਮੋਲੀਕਿਊਲਰ, ਇੱਕ ਮੈਕਰੋਮੋਲੀਕਿਊਲਰ। ਠੀਕ ਹੈ, ਇਸ ਤਰ੍ਹਾਂ ਦੋ ਤਰ੍ਹਾਂ ਦੀ ਕਲਾਸੀਫਿਕੇਸ਼ਨ ਆ। ਤੇ ਨੈਕਸਟ ਆਪਾਂ ਹੁਣ ਪੜ੍ਹਨਾ ਵਾ ਕਲੀਨਿੰਗ ਐਕਸ਼ਨ ਆਫ ਸੋਪ। ਸੁਣਿਆ ਹੋਣਾ ਕਿਤੇ ਨਾ ਕਿਤੇ ਸੋਪ ਕਿੱਦਾਂ ਜਿੱਦਾਂ ਆਇਲ, ਗਰੀਸ ਵਰਗੀਆਂ ਚੀਜ਼ਾਂ ਨੂੰ ਕੱਪੜੇ ਤੋਂ ਬਾਹਰ ਕੱਢ ਦਿੰਦਾ, ਉਹ ਦੇਖਾਂਗੇ ਆਪਾਂ। ਇਹਨਾਂ ਨੋਟ ਕਰ ਲਓ। ਨੈਕਸਟ ਆਪਾਂ ਪੜ੍ਹਨਾ ਵਾ ਕਲੀਨਿੰਗ ਐਕਸ਼ਨ ਆਫ ਸੋਪ। ਜੇ ਤੁਹਾਨੂੰ ਬੁੱਕ ਵਗੈਰਾ ਤੇ ਕਲੀਨਜ਼ਿੰਗ ਲਿਖਿਆ ਵੀ ਲੱਭਦਾ ਨਾ, ਇੱਥੇ ਐਸ ਕਲੀਨਜ਼ਿੰਗ ਇੱਕੋ ਚੀਜ਼ ਹੀ ਹੈ। ਠੀਕ ਹੈ, ਕਲੀਨਿੰਗ ਐਕਸ਼ਨ ਆਫ ਸੋਪ ਦੇਖਿਓ। ਇਹਨੂੰ ਮੈਂ ਥੋੜਾ ਡਿਟੇਲ ਨਾਲ ਸਮਝਾਉਣਾ। ਦੇਖੋ ਪਹਿਲੋਂ ਰਿਐਕਸ਼ਨ ਸੋਪ ਬਣਦਾ ਕਿੱਦਾਂ। ਸੋਪ ਬਣਦਾ ਜੀ, ਸੋਪ ਹੁੰਦਾ ਕੀ ਆ? ਆ ਹੈਡਿੰਗ ਬਾਅਦ ਚ ਕਲੀਅਰ ਕਰਦੇ, ਪਹਿਲੋਂ ਸੋਪ ਬਾਰੇ। ਸੋਪ ਕੀ ਹੁੰਦਾ ਵਾ? ਇਟ ਇਜ਼ ਅ ਸਟੀਰੇਟ ਆਇਨ ਆਫ ਸਟੀਰੈਟਿਕ ਐਸਿਡ। ਸਟੀਰੈਟਿਕ ਐਸਿਡ ਰਿਐਕਸ਼ਨ ਤੋਂ ਦੇਖਿਓ ਪਤਾ ਲੱਗੂ ਤੁਹਾਨੂੰ, ਜਿੱਦਾਂ C17 H35 COOH, ਇਹਨੂੰ ਕਹੀਦਾ ਜੇ ਸਟੀਰੈਟਿਕ ਐਸਿਡ। ਸਟੀਰੈਟਿਕ ਐਸਿਡ ਇਹਦੇ ਵਿੱਚ ਪਾਇਆ ਆਪਾਂ NaOH। NaOH ਕਿਹੜਾ ਹੈਗਾ? ਸਟਰੋਂਗ ਬੇਸ। ਸਟਰੋਂਗ ਬੇਸ ਹੈ ਨਾ, ਜਿਹਨੂੰ ਕੌਸਟਿਕ ਸੋਡਾ ਵੀ ਕਹਿੰਦੇ ਨੇ। ਸਟਰੋਂਗ ਬੇਸ ਪਾਇਆ, ਹੋਣਾ ਕਿ ਆਹ ਵਾਲਾ H, ਆਹ ਵਾਲਾ OH ਰਿਐਕਟ ਕੀਤੇ, ਵਾਟਰ ਬਾਹਰ ਨਿਕਲ ਗਿਆ। ਵਾਟਰ ਬਾਹਰ ਨਿਕਲ ਗਿਆ, ਕਿਹੜੀ ਚੀਜ਼ ਰਹਿ ਜਾਂਦੀ? C17 H35 COONA। ਇੱਥੇ ਮਾਈਨਸ ਇੱਥੇ ਪਲੱਸ ਇੱਕ ਆਇਨ ਬਣ ਗਿਆ, ਇਹਨੂੰ ਆਪਾਂ ਕਵਾਂਗੇ ਸਟੀਰੇਟ ਆਇਨ। ਸਟੀਰੇਟ ਆਇਨ ਇਹੋ ਹੀ ਹੁੰਦਾ ਜੇ ਸੋਪ ਦਾ ਮੋਲੀਕਿਊਲ। ਇੰਨਾ ਕਲੀਅਰ ਹੋ ਜਾਂਦਾ। ਹੁਣ ਇਹਦਾ ਨੇਚਰ ਕਿੱਦਾਂ ਦਾ? ਇਹ ਬੇਸਿਕ ਹੋਊਗਾ ਕਿ ਐਸਿਡਿਕ ਹੋਊਗਾ? ਇੱਧਰ ਧਿਆਨ ਮਾਰੋ, ਇੱਕ ਹੈਗਾ ਹੀ ਐਸਿਡ, ਇੱਕ ਹੈਗਾ ਹੀ ਬੇਸ। ਆ ਐਸਿਡ ਹੈਗਾ ਵਾ ਵੀਕ ਐਸਿਡ। ਵੀਕ ਐਸਿਡ ਤੇ ਇੱਧਰ ਹੈਗਾ ਸਟਰੋਂਗ ਬੇਸ। ਦੋਨਾਂ ਨੇ ਰਲ ਕੇ ਬਣਾਤਾ ਸੋਪ। ਤੇ ਅਫੈਕਟ ਕਿਹਦਾ ਜਾਣਾ? ਜਿਹੜਾ ਇਹਨਾਂ ਚੋਂ ਤਾਕਤਵਰ ਹੀ। ਬੇਸ ਤਾਕਤਵਰ ਹੀ ਨਾ। ਸੋਪ ਨੂੰ ਯਾਦ ਰੱਖ ਲਓ, ਸੋਪ ਕਿਹੜੇ ਨੇਚਰ ਦਾ ਹੁੰਦਾ ਜੇ? ਬੇਸਿਕ ਨੇਚਰ ਦਾ। ਬੇਸਿਕ ਨੇਚਰ ਦਾ। ਜੇ ਇਹਦੇ ਨਾਲ ਲਿਟਮਸ ਪੇਪਰ ਲਾਓਗੇ, ਇਹਨੇ ਰੈੱਡ ਨੂੰ ਕਿਹ ਬਦਲ ਦੇਣਾ? ਬਲੂ ਦੇ ਵਿੱਚ। ਠੀਕ ਨਾ। ਉਸ ਤੋਂ ਅੱਗੇ ਦੇਖਦੇ ਹੁਣ ਇਹਦਾ ਸਾਨੂੰ ਸੋਪ ਦਾ ਮੋਲੀਕਿਊਲ ਤੇ ਆ ਆਇਨ ਜਿਹਾ ਪਤਾ ਲੱਗ ਗਿਆ। ਸਟਰਕਚਰ ਕਿੱਦਾਂ ਦਾ ਹੁੰਦਾ ਇਹਦਾ?
ਇਹਨੂੰ ਕਹੀਦਾ ਬੌਂਡ ਲਾਈਨ ਸਟਰਕਚਰ। ਹਰ ਇੱਕ ਕਾਰਨਰ ਜਿੱਥੇ ਵੀ ਕਾਰਨਰ ਆਉਂਦਾ ਇਹਦਾ ਮਤਲਬ ਉੱਥੇ ਕਿਹੜੀ ਚੀਜ਼ ਅਵੇਲੇਬਲ ਆ, ਕਾਰਬਨ। ਪਰ ਕਾਰਬਨ ਕਿੰਨੇ ਨੇ ਟੋਟਲ 17। ਮੈਂ ਕਿੰਨੇ ਕਾਰਨਰ ਬਣਾਏ 1 2 3 4 5 6 7 ਕ ਬਣਾਤੇ। ਤੁਸੀਂ 5 ਬਣਾ ਲਓ, 4 ਬਣਾ ਲਓ, ਜਿੰਨੇ ਮਰਜ਼ੀ ਬਣਾ ਲਓ ਵੀ ਸਾਰੇ ਬਣਾਉਣ ਡੈ ਪਏ ਫਿਰ ਤੇ ਉਹ ਪੂਰਾ ਐਂਡ ਤੱਕ ਜਾਊਗਾ ਵੀ ਇੱਕ ਸੈਂਸ ਜੀ ਆ ਵੀ ਇੰਨੇ ਦੇ ਵਿੱਚ ਕਿੰਨੇ ਜਾਣੇ ਹੈਗੇ 17। ਉਸ ਤੋਂ ਬਾਅਦ ਮੈਂ ਆ ਇੰਨੀ ਚੀਜ਼ ਬਣਾਈ ਜੇ ਸਿਰਫ ਆ ਇੱਥੋਂ ਲੈ ਕੇ ਇੱਥੋਂ ਤੱਕ ਕਿਹੜੀ ਚੀਜ਼ C17 H35 ਬਚਿਆ ਕੀ COONA। ਇੱਥੇ ਹੁੰਦਾ C ਫਿਰ ਆਉਣਾ O ਫਿਰ O COO ਇਹਦੇ ਉੱਪਰ ਨੈਗੇਟਿਵ Na ਪੋਜ਼ਿਟਿਵ। ਇੰਨੀ ਜਿਹੜੀ ਚੀਜ਼ ਆ COO ਨੈਗੇਟਿਵ ਤੇ N ਪੋਜ਼ਿਟਿਵ ਇਹਨੂੰ ਕਹੀਦਾ ਜੇ ਪੋਲਰ ਐਂਡ। ਇਹਨੂੰ ਕੀ ਕਹਿਣਾ ਆਪਾਂ, ਪੋਲਰ ਐਂਡ। ਇੱਕ ਕੰਢੇ ਤੇ ਨੈਗੇਟਿਵ ਇੱਕ ਕੰਢੇ ਤੇ ਪੋਜ਼ਿਟਿਵ। ਇਹਦੀ ਸ਼ੇਪ ਕਿੱਦਾਂ ਦੀ ਆ, ਜਿੱਦਾਂ ਡੱਡੂ ਦੇ ਬੱਚੇ ਵਰਗੀ ਟੈਡਪੋਲ ਸਟਰਕਚਰ ਕਹਿੰਦੇ ਜੀ। ਜਿਹੜਾ ਫਰੋਗ ਦਾ ਹੁੰਦਾ ਨਾ ਬੱਚਾ ਉਹ ਇਸ ਤਰ੍ਹਾਂ ਦੀ ਸ਼ੇਪ ਦਾ ਹੁੰਦਾ ਸ਼ੁਰੂ ਦੇ ਵਿੱਚ। ਇਹਨੂੰ ਆਪਾਂ ਕੀ ਕਹਿੰਦੇ ਆ, ਕਿਹੜਾ ਸਟਰਕਚਰ ਹੁੰਦਾ ਸੋਪ ਦਾ, ਟੈਡਪੋਲ ਸਟਰਕਚਰ। ਟੈਡਪੋਲ ਸਟਰਕਚਰ। ਹੋਰ ਸਾਨੂੰ ਇੱਥੇ ਯਾਦ ਕੀ ਰੱਖਣਾ ਪੈਣਾ, ਜਿਹੜਾ ਤੇ ਇਧਰਲਾ ਪਾਰਟ ਆ ਨਾ ਪੂਰਾ, ਇਹਦਾ ਦੂਸਰਾ ਨਾਮ ਹੋਊਗਾ ਹਾਈਡਰੋਫੋਬਿਕ ਪਾਰਟ। ਹਾਈਡਰੋਫੋਬਿਕ ਪਾਰਟ ਕਿਉਂਕਿ ਇਹ ਪਾਣੀ ਤੋਂ ਡਰਦਾ ਏ, ਪਾਣੀ ਦੇ ਵਿੱਚ ਨਹੀਂ ਘੁਲਦਾ। ਇਹ ਕਿਤੋਂ ਡਰਦਾ, ਪਾਣੀ ਤੋਂ ਡਰਦਾ। ਪਾਣੀ ਲਈ ਹਾਈਡਰੋ ਵਰਡ ਵਰਤਿਆ। ਫੋਬੀਆ ਦਾ ਮਤਲਬ ਹੁੰਦਾ ਡਰਨਾ। ਤੇ ਜਿਹੜਾ ਅਗਲਾ ਪਾਰਟ ਆ ਇੱਥੋਂ ਲੈ ਕੇ ਇੱਥੋਂ ਤੱਕ ਇਹਨੂੰ ਆਪਾਂ ਬੋਲਾਂਗੇ ਹਾਈਡਰੋਫਿਲਿਕ ਪਾਰਟ। ਹਾਈਡਰੋਫਿਲਿਕ ਪਾਰਟ ਕਾਰਨ ਕੀ ਆ, ਇਹ ਪਾਣੀ ਨੂੰ ਪਸੰਦ ਕਰਦਾ, ਪਾਣੀ ਦੇ ਵਿੱਚ ਘੁਲ ਜਾਂਦਾ। ਠੀਕ ਹੈ, ਇੰਨਾ ਤੇ ਹੋ ਗਿਆ ਸੋਪ ਬਾਰੇ। ਹੁਣ ਇਹਦਾ ਕਲੀਨਿੰਗ ਐਕਸ਼ਨ ਕਿੱਦਾਂ ਦਾ ਹੁੰਦਾ, ਇੰਨੀਆਂ ਚੀਜ਼ਾਂ ਨੋਟ ਕਰ ਲਓ ਪਹਿਲਾਂ। ਇੱਥੇ ਨਾਲ ਹਿੰਟ ਜਿਹਾ ਵੀ ਜ਼ਰੂਰ ਲਿਖ ਲਿਓ, ਜਿਹੜਾ ਹਾਈਡਰੋਫਿਲਿਕ ਪਾਰਟ ਆ ਉਹ ਕਿਹਦੇ ਵਿੱਚ ਡਿਜ਼ੋਲਵ ਹੋ ਜਾਂਦਾ, ਵਾਟਰ ਦੇ ਵਿੱਚ। ਫਿਲਿਕ ਆ ਨਾ, ਪਾਣੀ ਨੂੰ ਪਸੰਦ ਕਰਦਾ, ਡਿਜ਼ੋਲਵ ਇਨ ਵਾਟਰ। ਤੇ ਜਿਹੜਾ ਦੂਸਰਾ ਪਾਰਟ ਹੁੰਦਾ ਹਾਈਡਰੋਫੋਬਿਕ, ਇਹ ਕਿਹਦੇ ਵਿੱਚ ਡਿਜ਼ੋਲਵ ਹੁੰਦਾ, ਆਇਲ ਦੇ ਵਿੱਚ, ਗਰੀਸ ਦੇ ਵਿੱਚ, ਇਹੋ ਜਿਹੀਆਂ ਚੀਜ਼ਾਂ ਵਿੱਚ। ਇਹ ਜਿਹੜੀ ਗੰਦਗੀ ਹੁੰਦੀ, ਆਇਲ ਹੋ ਗਿਆ, ਗਰੀਸ ਹੋ ਗਿਆ, ਡਰਟ ਹੋ ਗਈ, ਇਹੋ ਜਿਹੀਆਂ ਚੀਜ਼ਾਂ, ਇਹਨਾਂ ਨੂੰ ਕਹੀਦਾ ਆਰਗੈਨਿਕ। ਆਰਗੈਨਿਕ ਚੀਜ਼ਾਂ 'ਚ ਘੁਲਦਾ। ਕਲੀਅਰ ਹੋ ਜਾਊਗਾ ਨਾ। ਠੀਕ ਹੈ, ਇੰਨਾ ਨੋਟ ਕਰਿਓ। ਫਿਰ ਜਿਹੜਾ ਹੈਡਿੰਗ ਹੈ ਸਾਡਾ ਉਹ ਆਪਾਂ ਕਲੀਅਰ ਕਰੀਏ। ਹੁਣ ਦੇਖੋ, ਜੇ ਤੁਹਾਨੂੰ ਇਦਾਂ ਦਾ ਕੋਈ ਕੁਐਸਚਨ ਬਣ ਕੇ ਆ ਜਾਂਦਾ, ਐਕਸਪਲੇਨ ਕਲੀਨਜ਼ਿੰਗ ਐਕਸ਼ਨ ਆਫ ਸੋਪ, ਕੁਐਸਚਨ ਦੀ ਵੇਖ ਲਿਓ ਮਾਰਕਸ ਕਿੰਨੇ ਦਾ ਵਾ। ਜੇ ਤੇ 2 ਨੰਬਰ ਦਾ ਹੈ ਫਿਰ ਆਹ ਚੀਜ਼ਾਂ ਕਰਨ ਦੀ ਲੋੜ ਨਹੀਂ ਜੋ ਤੁਹਾਨੂੰ ਸਮਝਾਈਆਂ। ਸੋਪ ਦਾ ਸਟਰਕਚਰ ਦੱਸਣ ਦੀ ਲੋੜ ਨਹੀਂ ਆ, ਰਿਐਕਸ਼ਨ ਲਿਖਣ ਦੀ ਲੋੜ ਨਹੀਂ ਆ। ਫਿਰ ਵੇਖਿਓ ਇਹਨੂੰ ਕਿੱਦਾਂ ਕਰਾਂਗੇ ਆਪਾਂ। ਮੇਨ ਹੈਡਿੰਗ ਹੁਣ ਸਮਝਾਉਣ ਲੱਗਾ, ਇੱਧਰ ਧਿਆਨ ਦਿਓ। ਦੇਖੋ, ਜਿੱਦਾਂ ਆਪਾਂ ਕਿਸੇ ਕਲੌਥ ਦੇ ਸਿਰਫ ਥ੍ਰੈਡ ਬਣਾਉਂਦੇ ਆ, ਆ ਕੋਈ ਕੱਪੜਾ ਹੋ ਗਿਆ ਤੇ ਇੱਥੇ ਕਿਤੇ ਹੈ ਲੱਗਾ ਉਹਦੇ ਦਾਗ, ਇਹ ਕੋਈ ਆਇਲ ਹੋ ਸਕਦਾ, ਗਰੀਸ ਹੋ ਸਕਦਾ। ਬੁੱਕ 'ਚ ਇਹੋ ਜਿਹੇ ਨਾਮ ਹੀ ਮੈਂਸ਼ਨ ਕੀਤੇ ਹੁੰਦੇ ਆ, ਇਹੋ ਜਿਹੀ ਕੋਈ ਚੀਜ਼ ਹੋ ਸਕਦੀ। ਹੋਣਾ ਕੀ ਆ, ਇੱਥੇ ਮਿਸਲ ਤਿਆਰ ਹੋਣੀ। ਮਿਸਲ ਕਿਹਨੂੰ ਕਹਿੰਦੇ ਆ, ਮਿਸਲ। ਮਿਸਲ ਇੱਕ ਕੋਲਾਈਡ ਹੀ, ਜੇ ਯਾਦ ਰੱਖ ਲਿਓ। ਮਿਸਲ ਇੱਕ ਕੋਲਾਈਡ ਹੀ ਹੁੰਦਾ ਵਾ। ਜਿਸ ਤਰ੍ਹਾਂ ਆ ਆਇਲ ਆ, ਆਇਲ ਦੀ ਕੋਈ ਡ੍ਰੌਪ ਆ, ਇਹਦੇ ਆਲੇ ਦੁਆਲੇ ਸੋਪ ਦਾ ਮੋਲੀਕਿਊਲ ਇਸ ਤਰ੍ਹਾਂ ਅਟੈਚ ਹੋ ਜਾਊਗਾ। ਇੱਕ ਮੋਲੀਕਿਊਲ ਤੇ ਹੋਣਾ ਨਹੀਂ, ਕਿੰਨੇ ਮੋਲੀਕਿਊਲ ਹੋਣਗੇ ਤੇ ਇੱਕ ਵੱਡਾ ਸਾਈਜ਼ ਜਿਹਾ ਤਿਆਰ ਹੋ ਜਾਣਾ, ਜਿਹੜਾ 10⁻⁻5 ਤੋਂ ਲੈ ਕੇ 10⁻⁻7 ਸੈਂਟੀਮੀਟਰ ਦੇ ਵਿੱਚ ਲਾਈ ਕਰਦਾ ਹੋਊਗਾ। ਤੇ ਫਿਰ ਆਪਾਂ ਕਹਿ ਸਕਦੇ ਨਾ ਮਿਸਲ ਇੱਕ ਕੀ ਹੋਊਗਾ, ਕੋਲਾਈਡ। ਠੀਕ ਹੈ, ਤੇ ਕਿੱਦਾਂ ਦਾ ਕੋਲਾਈਡ ਆ ਇਹ? ਫਿਰ ਜੇ ਕੋਲਾਈਡ ਆਪਾਂ ਕਹਿਤਾ
ਇਹ किस तरह का कोलाइड आ, एसोसीएटिड कोलाइड आ। एक होर इदां दी कैटेगरी हुंदी जे जिहदे च किन्ने मॉलीक्यूल एसोसीएशन कर लेंदे जां मल्टी मॉलीक्यूलर भी कह सकते हैं आपां। होया कि इत्थे किद्दां इहदी वर्डिंग लिखांगे, द क्लीनिंग एक्शन ऑफ सोप, the cleaning action of soap is due to the fact that soap molecule make a missile around the oil droplet, ਅਰਾਊਂਡ ਦਾ ऑयल ड्रॉपलेट। मिसल किद्दां बनदी आ, ਜਿਹੜਾ ਪਾਣੀ ਤੋਂ ਡਰਦਾ ਹੁੰਦਾ ਪਾਰਟ, ਜਿਹਨੂੰ ਆਪਾਂ ਕਹੀਦਾ ਹਾਈਡਰੋਫੋਬਿਕ ਪਾਰਟ, ਉਹ ਕੰਡਿਆਂ ਵਾਲਾ ਹੀ ਹੁੰਦਾ ਨਾ, ਉਹ ਕਿਹਦੇ ਵਿੱਚ ਚਲ ਜਾਂਦਾ ਵਾ, ਕਿਹਦੇ 'ਚ ਘੁਲ ਜਾਂਦਾ ਜਾ ਕੇ ਆਇਲ ਡ੍ਰੌਪ ਦੇ ਵਿੱਚ। ਆ ਵੇਖੋ ਇਹ ਕੰਡੇ ਜੇ ਇੱਧਰ ਚਲ ਗਏ ਤੇ ਜਿਹੜਾ ਦੂਸਰਾ ਪੋਲਰ ਐਂਡ ਹੁੰਦਾ ਉਹ ਬਾਰ-ਬਾਰ ਹੀ ਰਹਿੰਦਾ। ਜਿਹੜਾ ਤੇ ਹੁੰਦਾ ਹਾਈਡਰੋਫੋਬਿਕ ਪਾਰਟ ਉਹ ਕਿਹਦੇ ਵਿੱਚ ਘੁਲ ਜਾਂਦਾ, ਆਇਲ ਡ੍ਰੌਪਲੈਟ ਵਿੱਚ। ਜਿਹੜਾ ਪੋਲਰ ਪਾਰਟ ਹੁੰਦਾ ਉਹ ਬਾਹਰ ਹੀ ਰਹਿੰਦਾ। ਠੀਕ ਹੈ, ਇਹ ਫਿਰ ਇੱਦਾਂ ਸੁਣ ਲਓ, ਹਾਈਡਰੋਫੋਬਿਕ ਪਾਰਟ ਇਹਦੇ ਵਿੱਚ ਡਿਜ਼ੋਲਵ ਹੋ ਗਿਆ ਤੇ ਪੋਲਰ ਪਾਰਟ ਜਿਹੜਾ ਬਾਹਰ ਰਿਹਾ। ਤੇ ਆ ਜਿਹੜਾ ਮੈਂ ਆਲੇ ਦੁਆਲੇ ਇਸ ਤਰ੍ਹਾਂ ਬਣਾ ਤੇ ਇਹ ਕੀ ਨੇ, ਪੂਰਾ ਇਕੱਠਾ ਮਿਸਲ, ਆ ਮਿਸਲ ਬਣ ਗਈ। ਤੁਸੀਂ ਇੱਦਾਂ ਦੀ ਡਾਇਗਰਾਮ ਮੈਂਸ਼ਨ ਕਰ ਸਕਦੇ ਹੋ। ਠੀਕ ਹੈ, ਆਪਾਂ ਇੱਥੇ ਕੀ ਕਿਹਾ ਵਾ, ਸੋਪ ਮੋਲੀਕਿਊਲ ਮੇਕ मिसल। एक इन्ना याद रख लियो, मिसल कित्तां बनी आ, सिंस हाइड्रोफोबिक पार्ट dissolve in a oil droplet विच घुल गया and हाइड्रोफिलिक पार्ट एक किहदे नाल इंटरैक्शन करन डै पिया, किहदे नाल फोर्स वगैरह लाउण डै पिया, वाटर नाल। हाइड्रोफिलिक पार्ट इंटरैक्टिड विद वाटर मॉलीक्यूल वेखियो, जिस तरह इन्ने पार्ट नूं आपां किया हाइड्रोफोबिक ते अगले पार्ट नूं जिहड़ा C डबल बॉन्ड O ते O नैगेटिव नाल उपर Na पॉजिटिव, मेन इहदा रोल ही हुंदा। इहनूं आपां किया हाइड्रोफिलिक ते किहदे नाल इंटरैक्शन करन डै पिया, वाटर नाल, H2 ते O दे नाल। हाइड्रोजन दे उपर पार्शियल पॉजिटिव चार्ज, इहदे उपर नैगेटिव, एक दूजे नाल बॉन्ड बनाउणगे। जिहड़ा आ वाला पार्ट है ना COO नैगेटिव वाला, ये किहदे नाल इंटरैक्शन करन डै पिया, वाटर दे मॉलीक्यूल दे नाल। ठीक है, इहदा पॉजिटिव एंड इहदे नैगेटिव एंड नाल जुड़न डै पिया। ते जदों इहदे नाल जोड़ डै पिया ते बार-बार इदां खिच्चूगा ना, इहनूं खिच्चूगा ते आ ड्रॉप जिहड़ी कपड़े तो बाहर आ जानी ते थ्रैड तो निकल जानी ते कपड़ा साफ हो जाना। इन्ना क्लीयर हो गया। ठीक है, इत्थे आपां की कह सकते हैं होर, नोट कर लो इन्ना क, बस 2 लाइनां ही रह गई, इन्ना क नोट करो। देख लियो नूं कितना खत्म करना, कि कित्थों तक पहुँच गए भी। हाइड्रोफोबिक पार्ट इहदे विच घुल गया, हाइड्रोफिलिक पार्ट किहदे नाल इंटरैक्शन करन डै पिया, वाटर दे नाल। आ जिहड़ा पूरा मॉलीक्यूल है इहनूं की कहण डे आपां, स्टीरेट आयन ही बोलदे पए ना। आपां अगे लिखीए द ऑयल ड्रॉपलेट curved by
stearate ion is pulled in water, ਉਹ ਪਾਣੀ ਦੇ ਵਿੱਚ ਬਾਰ-ਬਾਰ ਨਿਕਲ ਕੇ ਆ ਜਾਂਦੀ ਆ, is pulled in water, that is removed from dirty surface। बस इत्थे क्लीनिंग एक्शन इहदा कंप्लीट हो जाता। समझ लगा पूरा? जिहड़ी ऑयल ड्रॉपलेट आ वो पानी दे विच सस्पेंडिड हो गई, बार-बार आ गई तो कित्थों निकल गई आ, सरफेस तो जिहड़ा गंदा सरफेस सी। क्लीनिंग एक्शन इत्थे पूरा कंप्लीट हो जाता। कुछ पुछना समझ लग गया पूरा? ठीक है ना। निक्कियां निक्कियां गल्लां याद रखनियां। हुण आपां ये भी सुनियो। पहली चीज़ क्रिटिकल टैंपरेचर की हुंदा, जिस तापमान तो बाद मिसल बननी शुरू हो जाए उन्होंने कहीदा क्रिटिकल टैंपरेचर। तुसीं ध्यान दिओ, कदी भी ज़्यादा ठंडे पानी दे विच भी कपड़े साफ नहीं हुंदे। ठीक है ना। जिस तापमान तो बाद कुछ ना कुछ इत्थे टैंपरेचर चाहिदा हुंदा वा, जिस तापमान तो बाद मिसल बननी शुरू हो जाए ਉਹਨੂੰ ਆਪਾਂ ਕਿਹੜਾ ਟੈਂਪਰੇਚਰ ਕਹੀਦਾ? ਕ੍ਰਿਟੀਕਲ ਟੈਂਪਰੇਚਰ। ਮਿਸਲ ਬਣੂਗੀ ਤੇ ਕੱਪੜਾ ਸਾਫ਼ ਹੋਊਗਾ। ਠੀਕ ਹੈ। ਦਾ ਟੈਂਪਰੇਚਰ ਮੈਂ ਕਿਹਾ ਨਾ, ਜਿਸ ਤਾਪਮਾਨ ਤੋਂ ਬਾਅਦ ਦਾ ਟੈਂਪਰੇਚਰ ਅਬਵ ਵਿਚ ਫਾਰਮੇਸ਼ਨ ਆਫ ਮਿਸਲ ਟੇਕ ਪਲੇਸ, ਉਹਨੂੰ ਕਹੀਦਾ ਕ੍ਰਿਟੀਕਲ ਟੈਂਪਰੇਚਰ। ਦਾ ਟੈਂਪਰੇਚਰ ਅਬਵ ਵਿਚ ਫਾਰਮੇਸ਼ਨ ਆਫ ਮਿਸਲ take place called critical temperature, critical temperature हो गया। ਇਹਦਾ ਸਿੰਬਲ ਹੁੰਦਾ ਜੇ ਟੀ ਦੇ ਪੈਰ 'ਚ ਕੀ ਪਾ ਦਿਓ। एक रह गया अपना क्रिटिकल मिसल कंसंट्रेशन। क्रिटिकल मिसल कंसंट्रेशन। ठीक है। ये भी उदा ही होना। द मिनीमम कंसंट्रेशन अबव विच फॉर्मेशन ऑफ मिसल टेक प्लेस की आऊगा? द मिनीमम कंसंट्रेशन। सल्यूशन की कोई ना कोई कंसंट्रेशन होंगी ना, जिदा इन्ने मोलर या 2 मोलर 3 मोलर, घट तो घट कंसंट्रेशन जिस तो बाद मिसल बननी तैयार हो जाए। द मिनीमम कंसंट्रेशन अबव विच फॉर्मेशन ऑफ मिसल टेक प्लेस, ਉਹਨੂੰ ਆਪਾਂ ਕਹੀਦਾ ਵਾ क्रिटिकल मिसल कंसंट्रेशन, called critical मिसल कंसंट्रेशन। CMC लिख देना क्रिटिकल मिसल कंसंट्रेशन। याद रहे, आ नंबर याद रख लियो। सोप मॉलीक्यूल की क्रिटिकल मिसल कंसंट्रेशन होंगी जे 10 टू दी पावर -4 तो लैके 10 टू दी पावर, सोप मॉलीक्यूल की क्रिटिकल मिसल कंसंट्रेशन 10 टू दी पावर -3 तो लैके -4 तो लैके -3 तक मोल पर लीटर यूनिट होंगे थे। दसो पता लगियां ने चीज़ां। लास्ट एक फाइनल नोट
ਆਪਾਂ ਮਿਸਲ ਕਿੰਨੀ ਵਾਰ ਵਰਡ ਵਰਤ ਲਿਆ ਤੇ ਮੈਂ ਤੁਹਾਨੂੰ ਸਮਝਾ ਵੀ ਦਿੱਤਾ। ਮਿਸਲ ਇੱਕ ਕੋਲਾਈਡ ਆ ਜਿਹਦੇ 'ਚ ਕਿੰਨੇ ਮੋਲੀਕਿਊਲ ਜੁੜਦੇ ਨਾ, ਜਿੱਦਾਂ ਆ ਕੋਈ ਆਇਲ ਵਗੈਰਾ ਹੀ ਇਹਦੇ ਆਲੇ ਦੁਆਲੇ ਇੱਦਾਂ ਮੋਲੀਕਿਊਲ ਜੁੜੀ ਜਾਂਦੇ ਨੇ। ਇਹ ਮਿਨੀਮਮ ਕਿੰਨੇ ਕੁ ਮੋਲੀਕਿਊਲ ਹੋ ਸਕਦੇ ਆ? 100 ਮੋਲੀਕਿਊਲ ਜਾਂ ਇਹ ਤੋਂ ਵੱਧ ਹੋ ਸਕਦੇ ਜੀ। ਠੀਕ ਹੈ, ਕਰ ਲਿਓ ਨੋਟ ਇਹਨੂੰ। ਨੈਕਸਟ ਨਵਾਂ ਟੌਪਿਕ ਹੋਊਗਾ ਪ੍ਰੈਪਰੇਸ਼ਨ ਆਫ ਕੋਲਾਈਡ। ਨੈਕਸਟ ਹੀ ਕਰਾਂਗੇ, ਇਹਨੂੰ ਇੰਨਾ ਹੀ ਰੱਖੋ ਅੱਜ।